वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी की पाक पवित्र पावन हजूरी च जुड़ बैठी बहुत ही सत्कारयोग सन्मानयोग गुरु स्वरूप गुरु खालसा साध संगत जीओ वड्डियां भागां वाले हो। अमृत वेले तो सतगुरु नौवें पातशाह दे पवित्र पावन सचखंड दरबार अंदर हाजरियां भर के गरीब नवाज सतगुरु धन गुरु नानक साहब जी महाराज जी की पावन पवित्र अमृतमयी बाणी श्री आसा जी की वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते हैं। अज दा पावन महावाक हुक्मनामा आसा जी की वार चों सानू सारिਆਂ ਨੂੰ प्राप्त होया है। ये पावन शब्द श्री गुरु ग्रंथ साहिब जी के 465 अंग ते सुभाएमान है। सतगुरु जी ने अपने इस पावन शब्द विच वक्खो वखरे मतां दे विच परमेश्वर नूं किवें सलाहिया गया उहदा जिक्र कर रहे ने। मुसलमानां दा हिंदुआं दा योगियां दा जिक्र करके मुड़ के फिर अपना सिद्धांत सतगुरु गुरु नानक साहब ने दस्या। आओ मन बिरतियां एकाग्र करिए गुरु पातशाह दे पवित्र चरनां विच अपनियां हाजरियां लवाउंदियां रसना नूं पवित्र करदियां आखो जी सतनाम श्री वाहिगुरु साहिब जी। सतनाम श्री वाहिगुरु साहिब जी। सालोक महला पहला मुसलमाना सिफत सरियत पढ़ पढ़ कर है विचार। श्लोक पहले पातशाह धन गुरु नानक देव साहब जी महाराज जी उच्चारण कर रहे हैं। मुसलमान मत गुरबाणी विच पातशाह ने मुसलमान किहो जिहा होना चाहिए, उहदियां नमाज़ां किहो जिहियां होणियां चाहिदियां, उहदा बड़ा सुंदर विस्तार कीता। पातशाह कहंदे मुसलमान कहावण मुश्किल, बड़ा औखा है मुसलमान कहाउणा। कौन है मुसलमान औल अवल दीन कर बिठा मस्कल माना माल मुसावै। जदों नमाज की गल करते ने कि 5 नमाज़ां पहली सच हलाल दोए तो सुंदर विस्तार करते। मुसलमान मत विच सिफत सरैयत पढ़ पढ़ कर है विचार। सरैयत का मतलब हुंदा है मुसलमानी वो रोह रीतियां जिहड़ियां उन्हां दे पैगंबरां वल्लों चलाईयां गईयां ने। आपां रहतनामे कह दिंदे आ भी ये रहत है, ये रहतनामे ने। रहतनामे भाई दया सिंह जी दे मिलते ने, भाई चौपा सिंह जी दे मिलते ने, भाई देसा सिंह जी दे मिलते ने, भाई नंद लाल साहब जी दे मिलते ने। कलगीधर पातशाह वालों लगाए हुए रहतनामे तनख्वाहनामे प्राप्त होंदे ने। इसे तरह मुसलमानां दे विच कुरान तो इलावा हुंदियां ने हदीसां।
ਉਹਨਾਂ ਵੱਲੋਂ ਲਿਖੀਆਂ ਗਈਆਂ ਜਾਂ ਉਚਾਰਨ ਕੀਤੀਆਂ ਗਈਆਂ ਜਿਹੜੀਆਂ ਹਦੀਸਾਂ ਨੇ, ਉਹਨਾਂ ਹਦੀਸਾਂ ਵਿੱਚ ਰਹੁ ਰੀਤੀਆਂ ਦਸੀਆਂ ਕਿ ਮੁਸਲਮਾਨ ਨੂੰ ਆਹ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਜਨਮ ਸਮੇਂ ਮਰਨ ਸਮੇਂ, ਉਹ ਸਾਰੀ ਮਰਿਆਦਾ ਉਹਨਾਂ ਦੀ ਜਿਹੜੀ ਦੱਸੀ ਗਈ ਉਹ ਹਦੀਸਾਂ 'ਚ ਦੱਸੀ ਗਈ। ਉਹ ਸ਼ਰਈ ਕਾਨੂੰਨ ਕਹਿੰਦੇ ਆ ਉਹਨਾਂ ਨੂੰ, ਉਹਦੇ ਮੁਤਾਬਕ ਉਹ ਚੱਲਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਮੁਸਲਮਾਨ ਨੇ ਉਹ ਸ਼ਰਅ ਵਿੱਚ ਰਹਿ ਕੇ ਪਰਮੇਸ਼ਰ ਦੀ ਸਿਫਤ ਕਰਦੇ ਨੇ। ਆਪਣੀ ਸ਼ਰੀਅਤ ਦਾ ਮਤਲਬ ਹੁੰਦਾ ਸ਼ਰਅ 'ਚ ਰਹਿ ਕੇ ਮੁਸਲਮਾਨਾਂ ਦੀਆਂ ਜਿਹੜੀਆਂ ਰੀਤੀਆਂ ਨੇ ਉਹਦੇ ਮੁਤਾਬਕ ਚੱਲ ਕੇ ਉਹ ਪਰਮੇਸ਼ਰ ਦੀ ਸਿਫਤ ਕਰਦੇ ਨੇ। ਪੜ੍ਹ ਪੜ੍ਹ ਕਰਹਿ ਵਿਚਾਰ, ਪਰਮੇਸ਼ਰ ਦੀ ਸਿਫਤ ਨੂੰ ਪੜ੍ਹ ਪੜ੍ਹ ਕੇ ਉਹ ਵਿਚਾਰ ਕਰਦੇ ਹਨ। ਹਾਂਜੀ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਖੁਦਾ ਦੇ ਦੀਦਾਰ ਕਰਨ ਵਾਸਤੇ, ਦੇਖਣ ਕੋ ਦੀਦਾਰ, ਪਰਮੇਸ਼ਰ ਦੇ ਖੁਦਾ ਦੇ ਦੀਦਾਰ ਕਰਨ ਵਾਸਤੇ ਉਹ ਮੁਸਲਮਾਨਾਂ ਦੀ ਜਿਹੜੀ ਸ਼ਰਅ ਹੈ ਉਹਦੀ ਬੰਦੀ ਵਿੱਚ ਰਹਿ ਕੇ ਬੰਦਗੀ ਕਰਦੇ ਨੇ। ਮੁਸਲਮਾਨਾਂ ਦੀ ਜੋ ਸ਼ਰਅ ਹੈ ਉਸ ਸ਼ਰਅ ਦੇ ਵਿੱਚ ਪੈ ਕੇ, ਉਸ ਬੰਦੀ ਦੇ ਵਿੱਚ ਪੈ ਕੇ, ਉਸ ਪਾਬੰਦੀ ਵਿੱਚ ਆਪਣੇ ਆਪ ਨੂੰ ਬੰਨ੍ਹ ਕੇ ਉਹ ਬੰਦਗੀ ਕਰਦੇ ਨੇ ਕਿ ਸਾਨੂੰ ਉਸ ਖੁਦਾ ਦੇ ਦਰਸ਼ਨ ਹੋ ਜਾਣ, ਖੁਦਾ ਦੇ ਦੀਦਾਰ ਹੋ ਜਾਣ। ਵੇਖਣ ਕੋ ਦੀਦਾਰ, ਖੁਦਾ ਦੇ ਦੀਦਾਰ ਕਰਨ ਵਾਸਤੇ ਸ਼ਰਅ ਦੇ ਨਿਯਮਾਂ ਮੁਤਾਬਕ ਉਹ ਚੱਲਦੇ ਨੇ, ਉਹਨਾਂ ਨਿਯਮਾਂ ਦੀ ਉਹ ਪਾਲਣਾ ਕਰਦੇ ਨੇ। ਉਹਨੂੰ ਕਹਿੰਦੇ ਨੇ ਬੰਦੀ, ਬੰਦੀ 'ਚ ਰਹਿਣਾ, ਨਿਯਮਾਂ ਵਿੱਚ ਰਹਿਣਾ, ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਜੋ ਉਹਨਾਂ ਦੇ ਪੈਗੰਬਰਾਂ ਨੇ ਉਹਨਾਂ ਨੂੰ ਕਹੇ ਨੇ। ਨਿਯਮਾਂ ਦੀ ਪਾਲਣ ਕਰਨ ਵਾਲਾ ਮੁਸਲਮਾਨ 5 ਵਕਤ ਦਾ ਨਮਾਜ਼ੀ ਹੈ। ਕਿਤੇ ਵੀ ਬੈਠਾ ਹੋਵੇ, ਸੰਸਾਰ ਦੀ ਕਿਸੇ ਜਗ੍ਹਾ ਤੇ ਕਿਸੇ ਕੰਮ 'ਚ ਬੈਠਾ ਹੋਵੇ, ਜਿਹੜਾ ਨਿਯਮ ਦੀ ਪਾਲਣ ਕਰਨ ਵਾਲਾ ਉਹਦੀ ਜਦੋਂ ਨਮਾਜ਼ ਦਾ ਸਮਾਂ ਹੋਣਾ, ਭਾਵੇਂ ਉਹਦੀ ਟ੍ਰੇਨ ਛੁੱਟਦੀ ਹੈ ਛੁੱਟ ਜੇ, ਉਹਨੇ ਨਮਾਜ਼ ਪੜ੍ਹਨੀ। ਉਹਦੇ ਨਿਯਮ ਨੇ, ਉਹ ਆਪਣੇ ਨਿਯਮਾਂ ਦੇ ਅਨੁਸਾਰ ਚੱਲਦੇ ਨੇ। ਕਿਉਂ ਚੱਲਦੇ ਨੇ? ਕਿ ਖੁਦਾ ਦੇ ਦਰਸ਼ਨ ਹੋ ਜਾਣ। ਦੇਖਣ ਕਉ ਦੀਦਾਰ, ਵੇਖਣ ਕਉ ਦੀਦਾਰ, ਕੇਵਲ ਖੁਦਾ ਦੇ ਦੀਦਾਰ ਕਰਨ ਵਾਸਤੇ ਉਹ ਇਹ ਸਾਰੀ ਪਾਲਣਾ ਕਰਦੇ ਹਨ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੇ ਦੂਜੇ ਪਾਸੇ ਜਿਹੜੇ ਹਿੰਦੂ ਨੇ ਉਹ ਸਲਾਉਂਦੇ ਹਨ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਆਪਣੇ ਧਰਮ ਸ਼ਾਸਤਰਾਂ ਦੇ ਅਨੁਸਾਰ। ਕਿਉਂ ਸਲਾਉਂਦੇ ਨੇ? ਕਿ ਉਸ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਉਹ ਵੀ ਸਲਾਹ ਰਹੇ ਨੇ। ਮੁਸਲਮਾਨ ਆਪਣੀ ਸ਼ਰਅ ਦੀ ਪਾਲਣਾ ਕਰਦੇ ਨੇ ਖੁਦਾ ਦੇ ਦਰਸ਼ਨ ਕਰਨ ਲਈ। ਹਿੰਦੂ ਵੀ ਪਰਮੇਸ਼ਰ ਨੂੰ ਸਲਾਹ ਰਹੇ ਨੇ ਤੇ ਉਹ ਵੀ ਚਾਹੁੰਦੇ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਵੇਖਣਾ, ਉਹਦੇ ਦਰਸ਼ਨ ਕਰਨਾ। ਦਰਸ਼ਨਾਂ ਦੀ ਕਾਂਖਾ ਦੋਨਾਂ ਵਿੱਚ ਹੀ ਹੈ। ਇਹਨੂੰ ਕਹਿੰਦੇ ਸਾਂਝਾ ਤੱਤ ਲੈਣਾ। ਇੱਕ ਮੁਸਲਮਾਨ ਵੀ ਚਾਹੁੰਦਾ ਮੈਨੂੰ ਖੁਦਾ ਦੇ ਦਰਸ਼ਨ ਹੋਣ, ਤੇ ਇੱਕ ਹਿੰਦੂ ਵੀ ਚਾਹੁੰਦਾ ਮੈਨੂੰ ਭਗਵਾਨ ਦੇ ਦਰਸ਼ਨ ਹੋਣ। ਫਰਕ ਇੰਨਾ ਹੈ ਕਿ ਮੁਸਲਮਾਨ ਨੇ ਆਪਣੇ ਖੁਦਾ ਦਾ ਰੂਪ ਰੰਗ ਕੁਝ ਹੋਰ ਤਰੀਕੇ ਨਾਲ ਚਿਤਵਿਆ, ਮੁਸਲਮਾਨ ਨੇ ਆਪਣੇ ਭਗਵਾਨ ਦਾ ਰੂਪ ਰੰਗ ਕਿਸੇ ਹੋਰ ਤਰੀਕੇ ਨਾਲ ਚਿਤਵਿਆ। ਹੈ ਦੋਨਾਂ ਦਾ ਹੀ ਭਗਵਾਨ। ਇਹਨਾਂ ਦੀ ਦ੍ਰਿਸ਼ਟੀ ਵਿੱਚ ਦੋਨਾਂ ਦੇ ਵੱਖਰਾ ਵੱਖਰਾ ਹੈ, ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ 'ਚੋਂ ਇੱਕੋ ਪਰਮੇਸ਼ਰ ਹੈ, ਜਿਹੜਾ ਖੁਦਾ ਰੂਪ ਵੀ ਹੈ ਤੇ ਰਾਮ ਰੂਪ ਵੀ ਹੈ, ਅੱਲਾ ਰੂਪ ਵੀ ਹੈ ਤੇ ਰਾਮ ਰੂਪ ਵੀ ਹੈ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਤਾਂ ਸਮਾਨ ਹੈ। ਇਹਨਾਂ ਨੂੰ ਵੱਖਰਾ ਵੱਖਰਾ ਦਿਸਦਾ ਵੀ ਸਾਡਾ ਅੱਲਾ ਵੱਖਰਾ ਹੈ, ਤੇ ਹਿੰਦੂ ਕਹਿੰਦੇ ਆ ਸਾਡਾ ਰਾਮ ਵੱਖਰਾ ਹੈ। ਪਾਤਸ਼ਾਹ ਕਹਿੰਦੇ ਇੱਕੋ ਹੀ ਹੈ, ਇੱਕ ਨੂੰ ਤੁਸੀਂ ਅੱਲਾ ਕਹੀ ਜਾਂਦੇ ਹੋ, ਇੱਕ ਨੂੰ ਤੁਸੀਂ ਰਾਮ ਕਹੀ ਜਾਂਦੇ ਹੋ, ਫਰਕ ਤਾਂ ਕੋਈ ਨਹੀਂ। ਸਤਿਗੁਰੂ ਜੀ ਇਹ ਸਮਾਨਤਾ ਪ੍ਰਦਾਨ ਕਰਦੇ ਹੈ। ਇਹ ਸਮਾਨ ਦ੍ਰਿਸ਼ਟੀ ਸਤਿਗੁਰੂ ਜੀ ਸਾਨੂੰ ਬਖਸ਼ਦੇ ਹੈ। ਹਿੰਦੂ ਸਾਲਾਹੀ ਸਾਲਾਹਨ, ਹਿੰਦੂ ਸਲਾਉਂਦੇ ਨੇ ਉਸ ਪਰਮੇਸ਼ਰ ਨੂੰ ਜੋ ਸਲਾਉਣੇ ਯੋਗ ਹੈ। ਕਿਉਂ ਸਲਾਉਂਦੇ ਨੇ? ਦਰਸ਼ਨ ਰੂਪ ਅਪਾਰ, ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਤੀਰਥ ਨਾਵਹਿ ਅਰਚਾ ਪੂਜਾ ਆਗਰ ਬਾਸ ਬਹਿਕਾਰ। ਮੁਸਲਮਾਨ ਹਜ ਕਰਦੇ ਨੇ, ਹਿੰਦੂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਫਿਰ ਅਰਚਨਾ ਕਰਦੇ ਨੇ, ਫੁੱਲ ਭੇਟ ਕਰਨੇ, ਪੂਜਾ ਕਰਨੀ, ਅਗਰ ਆਦਿਕ ਜਿਹੜੀਆਂ ਸੁਗੰਧੀਆਂ ਨੇ ਉਹਨਾਂ ਦੀ ਵਾਸ਼ਨਾ ਆਪਣੇ ਪਾਸ ਤਖਾਉਣੀ, ਆਪਣੇ ਭਗਵਾਨ ਦੇ ਇਸ਼ਟ ਦੀਆਂ ਮੂਰਤੀਆਂ ਦੇ ਕੋਲ ਜਾ ਕੇ ਸੁਗੰਧੀ ਦਾ ਚਰਚਨ ਕਰਨਾ, ਅਗਰ ਆਦਿਕ ਸੁਗੰਧੀ ਨੂੰ ਬਹਿਕਾਉਣਾ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜੇ ਹਿੰਦੂ ਨੇ ਉਹ ਇਹ ਕਰਮ ਕਰਦੇ ਨੇ ਕਿ ਸਾਨੂੰ ਸਾਡੇ ਭਗਵਾਨ ਦੇ ਦਰਸ਼ਨ ਹੋਣ। ਜੋਗੀ ਸੁਨ ਧਿਆਵਨ ਜੀਤੀ ਅਲਖ ਨਾਮ ਕਰਤਾਰ। ਤੀਜੇ ਨੇ ਯੋਗੀ, ਪਹਿਲਾਂ ਮੁਸਲਮਾਨ ਦੱਸਿਆ, ਫਿਰ ਹਿੰਦੂਆਂ ਬਾਰੇ, ਹੁਣ ਯੋਗੀਆਂ ਬਾਰੇ। ਮਹਾਰਾਜ ਕਹਿੰਦੇ ਜਿਹੜੇ ਯੋਗੀ ਨੇ ਉਹ ਆਪਣੀ ਸਮਾਧੀ ਵਿੱਚ ਪਰਮੇਸ਼ਰ ਨੂੰ ਧਿਆਉਂਦੇ ਨੇ। ਉਹ ਆਪਣੀ ਸਮਾਧੀ ਵਿੱਚ, ਸੁੰਨ ਦਾ ਮਤਲਬ ਹੁੰਦਾ ਸਮਾਧੀ 'ਚ ਜਾ ਕੇ, ਅਫੁਰ ਅਵਸਥਾ 'ਚ ਜਾ ਕੇ ਉਹ ਪਰਮੇਸ਼ਰ ਨੂੰ ਧਿਆਉਂਦੇ ਨੇ ਤੇ ਮੂੰਹ ਤੋਂ ਕਹਿੰਦੇ ਨੇ ਅਲਖ ਅਲਖ ਅਲਖ। ਉਸ ਕਰਤਾਰ ਦਾ ਨਾਮ ਅਲਖ ਕਹਿ ਕੇ ਉਚਾਰਦੇ ਨੇ। ਅਕਸਰ ਯੋਗੀ ਲੋਕ ਜਦੋਂ ਵੀ ਕਿਸੇ ਦਰ ਤੇ ਮੰਗਣ ਵੀ ਜਾਂਦੇ ਤੇ ਉਹ ਇਹੀ ਕਹਿੰਦੇ ਆਲਖ ਨਿਰੰਜਨ, ਆਲਖ ਨਿਰੰਜਨ। ਉਹ ਅਲਖ ਅਲਖ ਕਹਿ ਕੇ ਕਰਤਾਰ ਦਾ ਨਾਮ ਧਿਆਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਯੋਗੀ ਇਹ ਕਹਿੰਦੇ ਨੇ ਕਿ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਉਹ ਬਹੁਤ ਹੀ ਸੂਖਸ਼ਮ ਹੈ, ਬਹੁਤ ਹੀ ਸੂਖਸ਼ਮ, ਸੂਖਸ਼ਮ ਤੋਂ ਸੂਖਸ਼ਮ ਹੈ। ਔਰ ਉਹਦਾ ਜਿਹੜਾ ਨਾਮ ਹੈ ਉਹ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਕਹਿੰਦੇ ਜਿੱਥੇ ਉਹ ਸੂਖਸ਼ਮ ਰੂਪ ਹੈ ਉੱਥੇ ਕਾਇਆ ਕਾ ਆਕਾਰ, ਉਸੇ ਸੂਖਸ਼ਮ ਨੇ ਇਹ ਸਾਰਾ ਆਕਾਰ ਧਾਰਨ ਕੀਤਾ ਹੋਇਆ। ਜਿਹੜਾ ਇਹ ਸਾਰਾ ਬ੍ਰਹਿਮੰਡ ਹੈ ਇਹ ਉਸੇ ਦਾ ਆਕਾਰ ਹੈ, ਉਸੇ ਦੀ ਕਾਇਆ ਹੈ। ਇਹ ਵਿਰਾਟ ਰੂਪ ਵਿੱਚ ਉਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਇਹ ਯੋਗੀਆਂ ਦਾ ਸਿਧਾਂਤ ਹੈ। ਸਤਿਆ ਮਨ ਸੰਤੋਖ ਉਪਜੈ ਦੇਣਾ ਕਾ ਵਿਚਾਰ। ਯੋਗੀਆਂ ਦਾ ਜ਼ਿਕਰ ਕਰਕੇ ਹੁਣ ਜ਼ਿਕਰ ਕਰਦੇ ਨੇ ਦਾਨੀਆਂ ਦਾ, ਜਿਹੜੇ ਕਹਿੰਦੇ ਅਸੀਂ ਦਾਨੀ ਹਾਂ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸਤੀ ਦਾਨ ਕਰਨ ਵਾਲੇ ਦਾਨੀ ਨੇ ਉਹ ਦਾਨ ਦੇ ਕੇ ਸੰਤੋਖ ਉਪਜਾ, ਉਹਨਾਂ ਅੰਦਰ ਖੁਸ਼ੀ ਉਪਜਦੀ ਹੈ। ਇੱਥੇ ਸੰਤੋਖ ਦਾ ਅਰਥ ਟੀਕਾਕਾਰਾਂ ਨੇ ਕੀਤਾ ਖੁਸ਼ੀ। ਦਾਨੀ ਜਦੋਂ ਦਾਨ ਕਰਦਾ ਤਾਂ ਉਹਦੇ ਅੰਦਰ ਖੁਸ਼ੀ ਉਪਜਦੀ ਹੈ, ਉਹਦੇ ਅੰਦਰ ਹਮੇਸ਼ਾ ਦੇਣ ਦੀ ਵਿਚਾਰ ਚੱਲਦੀ ਰਹਿੰਦੀ ਹੈ। ਦੇਣਾ ਕੈ ਵਿਚਾਰ ਕਿ ਮੈਂ ਦਾਨ ਕਰਾਂਗਾ ਤੇ ਮੈਨੂੰ ਕੀ ਪ੍ਰਾਪਤ ਹੋਵੇਗਾ। ਦਾਨੀ ਦਾਨ ਕਰਕੇ ਖੁਸ਼ ਹੁੰਦਾ ਔਰ ਉਹਦੇ ਅੰਦਰ ਹਮੇਸ਼ਾ ਦਾਨ ਕਰਨ ਦੀ ਵਿਚਾਰ ਚੱਲਦੀ ਰਹਿੰਦੀ ਹੈ। ਦੇਣਾ ਕੈ ਵਿਚਾਰ ਕਿ ਦਾਨ ਕਿਵੇਂ ਦੇਣਾ, ਕਿਸ ਨੂੰ ਦੇਣਾ, ਕਿਉਂ ਦੇਣਾ, ਇਸ ਵਿਚਾਰ ਦੇ ਸਹਿਤ ਜਿਹੜਾ ਦਾਨੀ ਹੈ ਉਹ ਚੱਲਦਾ ਰਹਿੰਦਾ ਹੈ। ਦੇ ਦੇ ਮੰਗੈ ਸਹਸਾ ਗੁਣਾ ਸੋਭ ਕਰੇ ਸੰਸਾਰ। ਦੇ ਦੇ ਮੰਗੈ ਸਹਸਾ ਗੁਣਾ। ਕਹਿੰਦੇ ਜਿਹੜਾ ਦਾਨੀ ਹੈ ਉਹ ਜਦੋਂ ਦਿੰਦਾ ਹੈ ਲੋਕਾਂ ਨੂੰ ਦਾਨ ਤੇ ਬਦਲੇ 'ਚ ਆਪਣੇ ਮਨ 'ਚ ਜਿੰਨਾ ਦਿੰਦਾ ਉਹਦੇ ਨਾਲੋਂ ਹਜ਼ਾਰਾਂ ਗੁਣਾ ਮੰਗਦਾ ਹੈ ਵੀ ਮੈਨੂੰ ਹੋਰ ਮਿਲੇ, ਹੋਰ ਮਿਲੇ। ਜੋ ਦਾਨ ਕਰ ਰਿਹਾ ਦਾਨੀ ਤੇ ਜਿਤਨਾ ਦਿੰਦਾ ਉਹਦੇ ਨਾਲੋਂ ਹਜ਼ਾਰਾਂ ਗੁਣਾ। ਉਹ ਕਹਿੰਦੇ ਵੀ ਦਾਨ ਕਰੋ, ਤੁਸੀਂ ਜਿੰਨਾ ਦਾਨ ਕਰੋਗੇ 1000 ਗੁਣਾ ਹੋ ਕੇ ਤੁਹਾਨੂੰ ਮਿਲੇਗਾ। ਦਾਨੀ ਇਸੇ ਕਰਕੇ ਦਾਨ ਕਰਦਾ। ਜਿਹੜੇ ਹਿੰਦੂ ਵੀਰ ਨੇ ਉਹ ਕਹਿੰਦੇ 1000 ਗੁਣਾ ਮਿਲੇਗਾ, ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿੰਦੇ 70 ਗੁਣਾ ਮਿਲੇਗਾ। ਜਿੰਨਾ ਦਿਓਗੇ ਉਹਦਾ 70 ਗੁਣਾ ਮਿਲੇਗਾ। ਯਾਨੀ ਕਿ ਦਾਨ ਕਰਨ ਵਾਲਾ ਜਿਹੜਾ ਦਾਨੀ ਹੈ ਉਹ ਵੀ ਬਦਲੇ 'ਚ ਮੰਗ ਰਿਹਾ ਕੁਝ, ਹਜ਼ਾਰਾਂ ਗੁਣਾ ਵੀ ਮੈਨੂੰ ਜਿੰਨਾ ਦਾਨ ਕਰਾਂਗਾ 1000 ਗੁਣਾ ਮਿਲੇਗਾ। ਉਹ ਅੰਦਰੋਂ ਮੰਗ ਰਿਹਾ, ਬਾਹਰੋਂ ਉਹਦੇ ਦਿੱਤੇ ਹੋਏ ਦਾਨ ਨੂੰ ਵੇਖ ਕੇ ਲੋਕ ਸੋਭਾ ਕਰਦੇ ਨੇ। ਸੋਭ ਕਰੇ ਸੰਸਾਰ, ਲੋਕ ਕਹਿੰਦੇ ਜੀ ਬੜਾ ਦਾਨੀ ਹੈ, ਬੜਾ ਦਾਨੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਨੂੰ ਤਾਂ ਦਾਨੀ ਦਿਸ ਰਿਹਾ,
ਪਰ ਮੈਨੂੰ ਤਾਂ ਉਹ ਤੁਹਾਡੇ ਤੋਂ ਵੀ ਵੱਡਾ ਮੰਗਤਾ ਨਜ਼ਰ ਆ ਰਿਹਾ ਹੈ ਕਿ ਜਿੰਨਾ ਦੇ ਰਿਹਾ ਉਹਦੇ ਨਾਲੋਂ ਹਜ਼ਾਰਾਂ ਗੁਣਾ ਮੰਗ ਰਿਹਾ। ਆਖੋ ਸਤਿਨਾਮ ਸ੍ਰੀ। ਦਾਨ ਕਰਦਾ ਬੰਦਾ ਕਹਿੰਦਾ ਦਾਨ ਕਰਕੇ ਮੈਨੂੰ ਕਈ ਗੁਣਾ ਮਿਲੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਮੇਰਾ ਸਿੱਖ ਵੀ ਦਾਨੀ ਹੋਣਾ ਚਾਹੀਦਾ, ਦਾਨ ਕਰਨਾ ਚਾਹੀਦਾ, ਪਰ ਗੁਰੂ ਕਾ ਸਿੱਖ ਦਾਨ ਕਰਕੇ ਬਦਲੇ ਚ ਕਾਂਖਾ ਨਹੀਂ ਕਰਦਾ ਮੈਨੂੰ ਹਜ਼ਾਰ ਗੁਣਾ ਮਿਲੇ। ਉਹ ਕਹਿੰਦਾ ਜਿੰਨਾ ਮੇਰੇ ਦਾਤੇ ਨੇ ਮੈਨੂੰ ਦਿੱਤਾ ਹੈ, ਵੰਡ ਕੇ ਖਾਣ ਦਾ ਹੁਕਮ ਹੈ, ਵੰਡ ਕੇ ਛਕ ਰਿਹਾ। ਦੇਣ ਵਾਲਾ ਦਾਤਾ ਹੈ, ਮੈਂ ਵੀ ਛਕਣ ਵਾਲਾ ਤੇ ਉਹਦੇ ਦਿੱਤੇ ਨੂੰ ਵੰਡ ਕੇ ਛਕ ਰਿਹਾ। ਬਸ ਇਤਨੀ ਬਿਰਤੀ, ਬਦਲੇ ਚ ਕਾਂਖਾ ਨਹੀਂ ਕਰਦਾ ਕਿ ਕਿਤਨੇ ਗੁਣਾ ਮਿਲੇ। ਆਮ ਲੋਕ ਦਾਨੀ ਜਿਹੜੇ ਨੇ ਉਹ ਦਾਨ ਕਰਕੇ ਹਜ਼ਾਰਾਂ ਗੁਣਾ ਮੰਗਦੇ ਨੇ। ਲੋਕ ਸੋਭਾ ਕਰਦੇ ਨੇ ਜੀ ਫਲਾਣਾ ਬੰਦਾ ਬੜਾ ਦਾਨੀ ਹੈ, ਅਮਕਾ ਬੰਦਾ ਬੜਾ ਦਾਨੀ ਹੈ, ਪਰ ਪਾਤਸ਼ਾਹ ਕਹਿੰਦੇ ਜੇ ਅਸਲੀਅਤ ਵਿੱਚ ਵੇਖੀਏ ਤਾਂ ਉਹ ਤਾਂ ਮੰਗਤਾ ਹੈ, ਕਿਉਂਕਿ ਦਿਲ ਵਿੱਚ ਤਾਂ ਉਹ ਦਾਨ ਕਰਨ ਤੋਂ ਬਾਅਦ ਪਰਮੇਸ਼ਰ ਕੋਲੋਂ, ਭਗਵਾਨ ਕੋਲੋਂ ਕਈ ਗੁਣਾ ਵੱਧ ਮੰਗ ਰਿਹਾ ਹੈ। ਉਹ ਵੀ ਇੱਕ ਗੁਣਾ ਨਹੀਂ, ਹਜ਼ਾਰਾਂ ਗੁਣਾ ਮੰਗ ਰਿਹਾ ਹੈ। ਹਾਂਜੀ। ਚੋਰਾ ਜਾਰਾ ਤੈ ਕੂੜਿਆਰਾ ਖਾਰਾ ਬਾ ਬੇਕਾਰ। ਇੱਥੇ ਤਾਂ ਹੀ ਧਰਮੀਆਂ ਦੀ ਗੱਲ ਕਰਕੇ ਹੁਣ ਅਧਰਮੀਆਂ ਦੀ ਗੱਲ ਵੀ ਕਰਦੇ ਨੇ, ਵਿਕਾਰੀਆਂ ਦੀ, ਪਾਪੀਆਂ ਦੀ। ਮਹਾਰਾਜ ਜੀ ਕਹਿੰਦੇ ਕਿਤਨੇ ਹੀ ਨੇ ਜਿਹੜੇ ਚੋਰ ਨੇ। ਚੋਰਾਂ, ਚੋਰ ਦੋ ਪ੍ਰਕਾਰ ਦੇ ਨੇ। ਇੱਕ ਉਹ ਨੇ ਕਿ ਕਿਸੇ ਦੀ ਬਗਾਨੀ ਵਸਤੂ ਵੇਖੀ, ਚੰਗੀ ਹੈ ਤੇ ਚੁੱਕ ਕੇ ਲੈ ਗਏ ਤੇ ਚੋਰ ਹੋ ਗਏ। ਇਹਨੂੰ ਕਹਿੰਦੇ ਆ ਤਨ ਦੇ ਚੋਰ। ਇੱਕ ਉਹ ਨੇ ਕਿ ਕਿਸੇ ਦੀ ਵਸਤ ਮਹਿੰਗੀ ਵੇਖੀ, ਚੰਗੀ ਸ਼ੈ ਵੇਖੀ, ਸਰੀਰ ਕਰਕੇ ਨਹੀਂ ਚੁਰਾ ਸਕਿਆ ਪਰ ਮਨ ਕਰਕੇ ਆਖਿਆ ਵੀ ਮੇਰੀ ਹੋਵੇ। ਉਹ ਹੈ ਮਨ ਦਾ ਚੋਰ। ਤਨ ਦੇ ਚੋਰ ਤੁਹਾਨੂੰ ਘੱਟ ਮਿਲਣਗੇ ਕਿਉਂਕਿ ਕਾਨੂੰਨ ਦਾ ਡਰ ਹੈ, ਪਰ ਮਨ ਦੇ ਚੋਰ ਹਜ਼ਾਰਾਂ ਦੀ 99% ਸੰਸਾਰ 'ਚ ਮਿਲਣਗੇ, ਜਿਨ੍ਹਾਂ ਦੇ ਮਨ ਵਿੱਚ ਇਹ ਬਿਰਤੀ ਹੈ ਵੀ ਮੇਰੀ ਵਸਤੂ ਹੋਣੀ ਚਾਹੀਦੀ, ਇਹ ਮੈਨੂੰ ਮਿਲਣਾ ਚਾਹੀਦਾ, ਫਲਾਣੇ ਕੋਲ ਜੋ ਹੈ ਮੇਰੇ ਕੋਲ ਵੀ ਹੋਣਾ ਚਾਹੀਦਾ। ਜਾਂ ਕੋਈ ਪਾਪ ਕਰਮ ਕੀਤਾ ਤੇ ਉਹਨੂੰ ਲੁਕਾਉਣ ਦੀ ਬਿਰਤੀ ਇਹ ਹੈ ਮਨ ਦੀ ਚੋਰੀ। ਪਾਤਸ਼ਾਹ ਕਹਿੰਦੇ ਇਤਨੇ ਕਿਤਨੇ ਹੀ ਨੇ ਚੋਰਾਂ, ਬਹੁਵਚਨ ਸ਼ਬਦ ਹੈ, ਕਿਤਨੇ ਹੀ ਚੋਰ ਨੇ। ਜਾਰਾਂ, ਕਿਤਨੇ ਹੀ ਨੇ ਜਿਹੜੇ ਯਾਰੀ ਕਰਨ ਵਾਲੇ ਨੇ, ਪਰ ਇਸਤਰੀਗਾਮੀ ਨੇ, ਪਰ ਤ੍ਰਿਆਗਾਮੀ ਨੇ, ਉਹਨਾਂ ਨੂੰ ਜਾਰਾ ਸ਼ਬਦ ਨਾਲ ਇੱਥੇ ਸੰਬੋਧਨ ਕੀਤਾ। ਇਹ ਦੋ ਸ਼ਬਦ ਅਕਸਰ ਇਕੱਠੇ ਹੀ ਬੋਲਦੇ ਨੇ। ਆਪਾਂ ਆਮ ਕਰਕੇ ਪੰਜਾਬ ਦੇ ਖਿੱਤਿਆਂ ਵਿੱਚ ਅਕਸਰ ਸੁਣਦੇ ਹਾਂ ਚੋਰੀ ਯਾਰੀ ਇਕੱਠੀ, ਇਹ ਸ਼ਬਦ ਦੋਵੇਂ ਇਕੱਠੇ ਬੋਲੇ ਜਾਂਦੇ ਨੇ। ਚੋਰੀ ਤੇ ਯਾਰੀ ਦਾ ਮਤਲਬ ਹੁੰਦਾ ਪਰ ਤ੍ਰਿਆਗਾਮੀ ਹੋਣਾ, ਉਹ ਵੀ ਕਿਤਨੇ ਹੀ ਨੇ। ਕੂੜਿਆਰਾਂ, ਕਿਤਨੇ ਹੀ ਝੂਠ ਨੇ। ਕੂੜਿਆਰਾਂ ਦਾ ਮਤਲਬ ਜਿਹੜੇ ਝੂਠ ਨਾਲ ਜੁੜੇ ਹੋਏ ਨੇ, ਝੂਠ ਹੀ ਬੋਲਦੇ ਨੇ, ਝੂਠ ਹੀ ਵੇਖਦੇ ਨੇ, ਜਿਨ੍ਹਾਂ ਦਾ ਜੀਵਨ ਹੀ ਝੂਠ ਵਿੱਚ ਬੀਤਦਾ ਹੈ। ਕੂੜਿਆਰਾਂ, ਖਾਰਾਬਾਂ, ਖਰਾਬੀਆਂ ਕਰਨ ਵਾਲੇ, ਭੈੜੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋਣ ਵਾਲੇ, ਵਿਕਾਰਾਂ ਦੇ ਵਿੱਚ ਪ੍ਰਵਿਰਤ ਹੋਣ ਵਾਲੇ ਕਿਤਨੇ ਹੀ ਲੋਕ ਹਨ। ਇੱਕ ਹੁੰਦਾ ਖਾਏ ਚੱਲਹਿ ਥਾਉ ਤੇਨਾ ਪੇਕਾਈ ਕਾਰ। ਇਹਨਾਂ ਕੋਲ ਜਿਹੜੇ ਪੁੰਨ ਕਰਮ ਸੀ ਉਹਦਾ ਮਿਲਿਆ ਸਰੀਰ। ਇਹ ਸਰੀਰ ਚੋਰਾਂ ਨੂੰ ਜਿਹੜਾ ਮਿਲਿਆ, ਯਾਰਾਂ ਨੂੰ ਮਿਲਿਆ, ਵਿਕਾਰੀਆਂ ਨੂੰ ਮਿਲਿਆ, ਖਰਾਬੀਆਂ ਕਰਨ ਵਾਲਿਆਂ ਨੂੰ ਮਿਲਿਆ। ਮਨੁੱਖ ਤਾਂ ਸਾਰੇ ਹੀ ਨੇ ਨਾ। ਇਹ ਮਨੁੱਖੀ ਸਰੀਰ ਮਿਲਿਆ ਉਹਨਾਂ ਨੂੰ ਉਹਨਾਂ ਦੇ ਪੂਰਬਲੇ ਪੁੰਨ ਕਰਮਾਂ ਦੇ ਪ੍ਰਤਾਪ ਸਦਕਾ। ਉਹ ਪੁੰਨ ਕਰਮ ਖਾ ਲਏ। ਇੱਕ ਹੁੰਦਾ ਖਾਏ ਚੱਲਹਿ ਥਾਉ, ਜਿਹੜੇ ਸੀ ਪੁੰਨ ਕਰਮ ਉਹ ਇੱਥੇ ਖਾ ਲਏ, ਉਹ ਤਾਂ ਪੁੰਚ ਲਏ। ਤੇ ਹੁਣ ਜਦੋਂ ਅੱਗੇ ਫਿਰ ਕੀ ਕਰਨਗੇ? ਅੱਗੇ ਵਾਸਤੇ ਤਾਂ ਕੋਈ ਪੁੰਨ ਕਰਮ ਕੀਤੇ ਨਹੀਂ, ਉਹ ਤਾਂ ਕੀਤੇ ਮਾੜੇ, ਚੋਰੀ ਯਾਰੀ ਦੇ ਕਰਮ, ਭੈੜੇ ਕਰਮ ਕੀਤੇ। ਤਾਂ ਪਾਤਸ਼ਾਹ ਕਹਿੰਦੇ ਤਿਨਾ ਆਪੇ ਕਾਈ ਕਾਰ, ਫਿਰ ਉਹ ਅੱਗੇ ਕੀ ਕੰਮ ਕਰਨਗੇ?
ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ? ਯਾਨੀ ਕਿ ਫਿਰ ਅੱਗੇ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਣਾ। ਪੁੰਨ ਕਰਮਾਂ ਦਾ ਫਲ ਜਿਹੜਾ ਸੀ ਉਹ ਇਸ ਸਰੀਰ 'ਚ ਮਿਲ ਗਿਆ, ਮਨੁੱਖੀ ਜਾਮਾ ਮਿਲ ਗਿਆ। ਉਹ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਭੈੜੇ ਮਾੜੇ ਕਰਮ ਕਰਕੇ ਸਾਰਾ ਕੁਝ ਸਮਾਪਤ ਕਰ ਗਏ ਤੇ ਅੱਗੇ ਫਿਰ ਉਹਨਾਂ ਨੂੰ ਪੁੰਨ ਕਰਮ ਪ੍ਰਾਪਤ ਨਹੀਂ ਹੋਣੇ। ਜੇ ਉਹ ਆਖਣ ਕਿ ਹੁਣ ਮੁੜ ਕੇ ਫਿਰ ਮਾਨਵ ਜੂਨੀ ਮਿਲੇ, ਉਹ ਪ੍ਰਾਪਤ ਨਹੀਂ ਹੋਣੀ। ਜਾਲ ਥਾਲ ਜੀਆ ਪੁਰੀਆ ਲੋਆ ਆਕਾਰਾ ਆਕਾਰ। ਜਲ ਥਲ ਜੀਆਂ ਪੁਰੀਆਂ ਲੋਆਂ। ਮਹਾਰਾਜ ਜੀ ਕਹਿੰਦੇ ਜਲ ਵਿੱਚ ਰਹਿਣ ਵਾਲੇ, ਥਲ ਵਿੱਚ ਰਹਿਣ ਵਾਲੇ, ਪੁਰੀਆਂ ਵਿੱਚ ਰਹਿਣ ਵਾਲੇ, 14 ਲੋਕਾਂ ਵਿੱਚ ਰਹਿਣ ਵਾਲੇ ਜਿਤਨੇ ਵੀ ਜੀ ਹਨ, ਆਕਾਰਾਂ ਆਕਾਰ, ਆ ਜਿਹੜੇ ਸਰੀਰ ਨਜ਼ਰ ਆਉਂਦੇ ਨੇ ਤੇ ਫਿਰ ਇਹਨਾਂ ਸਰੀਰਾਂ ਦੇ ਵਿੱਚ ਵੀ ਜੀ ਨੇ। ਇੱਕ ਤਾਂ ਬਾਹਰ ਸਰੀਰ ਦਿਸਦਾ ਹੈ, ਇਹ ਵੀ ਜੀ ਹੈ, ਫਿਰ ਇਹਦੇ ਵਿੱਚ ਵੀ ਜੀ ਨੇ। ਸਾਡੀ ਚਮੜੀ ਵਿੱਚ, ਸਕਿਨ ਵਿੱਚ ਹੀ ਕਿਤਨੇ ਪ੍ਰਕਾਰ ਦੇ ਜਰਾਸੀਨ ਹੁੰਦੇ ਆ। ਜਿਤਨੇ ਪਸ਼ੂ ਨੇ, ਜਾਨਵਰ ਨੇ, ਪੰਛੀ ਨੇ, ਉਹ ਆਕਾਰ ਨੇ। ਉਹਨਾਂ ਆਕਾਰਾਂ ਦੇ ਵਿੱਚ ਵੀ ਅੱਗੇ ਆਕਾਰ ਨੇ, ਉਹਨਾਂ ਵਿੱਚ ਵੀ ਜੀ ਹੈ। ਅੱਗੇ ਜੂਆਂ ਪੈ ਜਾਂਦੀਆਂ ਨੇ ਜਾਂ ਫਿਰ ਚਿੱਚੜ ਆਦਿਕ ਲੱਗ ਜਾਂਦੇ ਆ, ਨਿੱਕੇ ਨਿੱਕੇ ਕੀੜੇ ਆਦਿਕ ਉਹਨਾਂ ਜਾਨਵਰਾਂ, ਪਸ਼ੂਆਂ, ਮਨੁੱਖਾਂ ਦੇ ਸਰੀਰਾਂ ਵਿੱਚ ਵੀ ਹੁੰਦੇ ਆ। ਉਹਨਾਂ ਨੂੰ ਕਿਹਾ ਆਕਾਰਾਂ ਦੇ ਵਿੱਚ ਅੱਗੇ ਆਕਾਰ, ਸਰੀਰਾਂ ਦੇ ਵਿੱਚ ਅੱਗੇ ਫੇਰ ਜੀ ਜੰਤ। ਉਹ ਜਿਤਨੇ ਹਨ, ਹਾਂਜੀ। ਓਏ ਜੇ ਆਖੈ ਸੋ ਤੂੰ ਹੈ ਜਾਣੈ, ਤੇਰਾ ਪੇ ਤੇਰੀ ਸਾਰ। ਉਹ ਜਿੰਨੇ ਵੀ ਜੀ ਦੱਸੇ ਨੇ ਮਹਾਰਾਜ ਜੀ ਕਹਿੰਦੇ ਜਲ ਵਿੱਚ, ਥਲ ਵਿੱਚ, ਪੁਰੀਆਂ ਵਿੱਚ, ਲੋਆਂ ਵਿੱਚ, ਸਰੀਰਾਂ ਵਿੱਚ ਤੇ ਸਰੀਰਾਂ ਦੇ ਵਿੱਚ ਜਿਹੜੇ ਅੱਗੇ ਨਿੱਕੇ ਨਿੱਕੇ ਸੂਖਮ ਜੀਵ ਨੇ, ਉਹ ਜੋ ਕੁਝ ਬੋਲਦੇ ਨੇ, ਜੋ ਕੁਝ ਆਖਦੇ ਨੇ, ਹੇ ਪ੍ਰਭੂ ਤੂੰ ਉਹਨਾਂ ਸਾਰਿਆਂ ਬਾਰੇ ਜਾਣਦਾ। ਓਏ ਜੇ ਆਖੈ ਸੋ ਤੂੰ ਹੈ ਜਾਣਹਿ, ਉਹ ਜੋ ਆਖਦੇ ਨੇ ਤੈਨੂੰ, ਤੂੰ ਸਭ ਬਾਰੇ ਜਾਣਦਾ ਕਿ ਕਿਹੜਾ ਜੀਵ ਕੀ ਪਿਆ ਆਖਦਾ। ਕਿਤਨੇ ਸੂਖਮ ਜੀਵ ਨੇ ਜਿਹੜੇ ਸਾਨੂੰ ਦਿਸਦੇ ਵੀ ਨਹੀਂ, ਉਹ ਜੋ ਆਖਦੇ ਨੇ ਪਰਮੇਸ਼ਰ ਉਹਨਾਂ ਬਾਰੇ ਵੀ ਜਾਣਦਾ। ਅਕਾਲ ਪੁਰਖ ਤਾਂ ਸੂਖਮ ਤੋਂ ਸੂਖਮ ਹੈ ਨਾ, ਉਹਨਾਂ ਸਾਰਿਆਂ ਬਾਰੇ ਜਾਣਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੋ ਸਾਰਿਆਂ ਬਾਰੇ ਜਾਣਦਾ, ਉਹਨਾਂ ਸਾਰਿਆਂ ਦੀ ਉਹ ਸਾਰ ਵੀ ਲੈਂਦਾ। ਤਿਨਾਂ ਪੇ ਤੇਰੀ ਸਾਰ, ਤਿਨਾਂ ਨੂੰ ਵੀ ਤੇਰੀ ਸਾਰ ਸੰਭਾਲ ਹੈ। ਯਾਨੀ ਕਿ ਉਹ ਜਿਤਨੇ ਸੂਖਮ ਸਥੂਲ ਜੀਵ ਜੰਤ ਨੇ, ਸਭ ਨੂੰ ਸੰਭਾਲਣੇ ਵਾਲਾ ਤੂੰ ਹੈ ਪ੍ਰਭੂ ਸਮਰੱਥ ਦੇਵ ਹੈ। ਨਾਨਕ ਭਗਤਾ ਭੁਖ ਸਾਲਾਹਨ, ਸੱਚ ਨਾਮ ਆਧਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਹੇ ਪ੍ਰਭੂ ਜਿਹੜੇ ਤੇਰੇ ਭਗਤ ਨੇ, ਉਹਨਾਂ ਨੂੰ ਹਮੇਸ਼ਾ ਹੀ ਇਹ ਭੁੱਖ ਲੱਗੀ ਰਹਿੰਦੀ ਹੈ। ਕੀ ਭੁੱਖ ਲੱਗੀ ਰਹਿੰਦੀ ਹੈ? ਤੇਰੇ ਨਾਮ ਨੂੰ ਸਲਾਉਣ ਦੀ ਭੁੱਖ ਲੱਗੀ। ਸਾਚੇ ਨਾਮ ਕੀ ਲੱਗੈ ਭੂਖ। ਉਹਨਾਂ ਨੂੰ ਹਮੇਸ਼ਾ ਤੇਰੀ ਭਗਤੀ ਦੀ, ਤੇਰੀ ਬੰਦਗੀ ਦੀ ਭੁੱਖ ਲੱਗੀ ਰਹਿੰਦੀ ਹੈ ਜਿਹੜੇ ਤੇਰੇ ਭਗਤ ਨੇ। ਨਾਨਕ ਭਗਤਾਂ ਭੁੱਖ ਸਲਾਹਣ, ਉਹਨਾਂ ਨੂੰ ਭੁੱਖ ਹੈ ਤੈਨੂੰ ਸਲਾਉਣ ਦੀ। ਕਲਗੀਧਰ ਸਵਾਮੀ ਜੀ ਨੇ, ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਨਦੀ ਪਾਰ ਕੀਤੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਪਾਤਸ਼ਾਹ ਕਲਗੀਧਰ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ, ਦਇਆ ਸਿੰਘ ਭੁੱਖ ਬੜੀ ਡਾਢੀ ਲੱਗੀ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਜੀ ਅੱਗੇ ਰੋਪੜ ਆਉਂਦਾ, ਵੇਖਦੇ ਉੱਥੇ ਕੋਈ ਭੋਜਨ ਦਾ ਪ੍ਰਬੰਧ ਹੋ ਜਾਏ। ਕਲਗੀਧਰ ਪਾਤਸ਼ਾਹ ਕਹਿੰਦੇ, ਦਇਆ ਸਿੰਘ ਭੁੱਖ ਇੰਨੀ ਜ਼ਿਆਦਾ ਹੈ ਵੀ ਹੁਣ ਅੱਗੇ ਟੁਰਿਆ ਨਹੀਂ ਜਾਂਦਾ। ਭਾਈ ਸਾਹਿਬ ਫਿਰ ਕਹਿਣ ਲੱਗੇ, ਸਤਿਗੁਰੂ ਇਸ ਵੇਲੇ ਇੱਥੇ ਭੋਜਨ ਦਾ ਕਿਵੇਂ ਪ੍ਰਬੰਧ ਹੋ ਸਕਦਾ? ਮਹਾਰਾਜ ਜੀ ਕਹਿੰਦੇ, ਦਇਆ ਸਿੰਘ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਹੈ ਗੁਰੂ ਘਰ ਦੀ। ਸਾਨੂੰ ਭੁੱਖ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਲੱਗੀ ਹੋਈ ਹੈ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਦੁਸ਼ਮਣਾਂ ਦੀਆਂ ਫੌਜਾਂ ਚਾਰੇ ਪਾਸੇ ਨੇ, ਇਹੋ ਜਿਹੇ ਸਮੇਂ ਵਿੱਚ ਤਾਂ ਇੱਥੋਂ ਨਿਕਲਣਾ ਚਾਹੀਦਾ ਤੇ ਕੀਰਤਨ ਕਰਨ ਵਿੱਚ ਤਾਂ ਸਮਾਂ ਲੱਗੇਗਾ।
ਕਲਗੀਧਰ ਸੁਆਮੀ ਕਹਿਣ ਲੱਗੇ, ਦਇਆ ਸਿੰਘ ਜਦੋਂ ਆਉਣੀ ਹੈ ਆ ਜਾਣੀ ਹੈ, ਤੇ ਜੇ ਪਰਮੇਸ਼ਰ ਦੀ ਬਾਣੀ ਦਾ ਕੀਰਤਨ ਕਰਦਿਆਂ, ਆਸਾ ਜੀ ਦੀ ਵਾਰ ਦਾ ਕੀਰਤਨ ਕਰਦਿਆਂ ਮੌਤ ਆ ਜੇ, ਫਿਰ ਇਹਦੇ ਤੋਂ ਚੰਗੀ ਮੌਤ ਹੋਰ ਕਿਹੜੀ ਹੋਵੇਗੀ। ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਭੋਜਨ ਦੀ ਭੁੱਖ ਪਰਮੇਸ਼ਰ ਦੇ ਭਗਤਾਂ ਨੂੰ ਲੱਗੀ ਰਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸਹਿਜ ਕਿਰਤੀ ਦੇ ਸ਼ਲੋਕਾਂ 'ਚ ਬਚਨ ਲਿਖਦੇ ਹਨ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤਾ। ਹੇ ਪ੍ਰਭੂ, ਸਾਨੂੰ ਤੇਰੇ ਨਾਮ ਤੇ ਕੀਰਤਨ ਦੇ ਭੋਜਨ ਦੀ ਭੁੱਖ ਹੈ। ਅਕਾਲ ਪੁਰਖ ਦੇ ਕੀਰਤਨ ਦੀ ਭੋਜਨ ਦੀ ਭੁੱਖ। ਇੱਥੇ ਪਾਤਸ਼ਾਹ ਕਹਿੰਦੇ, ਨਾਨਕ ਭਗਤਾਂ ਭੁੱਖ ਸਲਾਹਣ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹਨਾਂ ਨੂੰ ਭੁੱਖ ਲੱਗੀ ਹੈ। ਕਿਹੜੀ ਭੁੱਖ ਲੱਗੀ ਆ? ਸਲਾਹਣ, ਕਿ ਅਸੀਂ ਪਰਮੇਸ਼ਰ ਨੂੰ ਸਲਾਹੀਏ, ਅਕਾਲ ਪੁਰਖ ਦੀ ਵਡਿਆਈ ਕਰੀਏ। ਇਹ ਭੁੱਖ ਪਰਮੇਸ਼ਰ ਦੇ ਭਗਤਾਂ ਨੂੰ ਲੱਗੀ ਰਹਿੰਦੀ ਹੈ। ਖਾਲਸਾ ਜੀ, ਜਿਤਨੇ ਵੀ ਆਪਾਂ ਗੁਰੂ ਕੀ ਸੰਗਤ ਵਿੱਚ ਜੁੜ ਬੈਠੇ ਹਾਂ, ਆਪਣੇ ਸਵੈ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਬਾਣੀ ਪੜ੍ਹਦਿਆਂ ਜੇ ਕਿਸੇ ਦਿਨ ਬਾਣੀ ਪੜ੍ਹਨ ਤੋਂ ਅਸੀਂ ਖੁੰਝ ਜਾਈਏ ਤੇ ਸਾਨੂੰ ਕਦੇ ਭੁੱਖ ਲੱਗਦੀ ਹੈ ਵੀ ਪੜ੍ਹ ਲਈਏ। ਜੇ ਲੱਗਦੀ ਹੈ ਭੁੱਖ ਤਾਂ ਸਮਝ ਲਓ ਅਸੀਂ ਗੁਰੂ ਕੇ ਸੇਵਕ ਹਾਂ। ਜੇ ਕਦੇ ਇਸ ਗੱਲ ਨੂੰ ਅਸੀਂ ਮਹਿਸੂਸ ਹੀ ਨਹੀਂ ਕੀਤਾ ਵੀ ਚਲੋ ਕਦੇ ਦਰਸ਼ਨ ਕਰ ਗਏ ਕਦੇ ਨਾ ਕੀਤੇ, ਜੇ ਦਰਸ਼ਨਾਂ ਦੀ ਭੁੱਖ ਵੀ ਗੁਰੂ ਸਾਹਿਬ ਦੇ ਮਨ 'ਚ ਸਾਡੇ ਨਹੀਂ ਲੱਗੀ ਤੇ ਇਹਦਾ ਮਤਲਬ ਕੇਵਲ ਖਾਨਾ ਪੂਰਤੀ ਹੋ ਰਹੀ ਹੈ। ਜਿਹੜਾ ਗੁਰੂ ਕਾ ਸਿੱਖ ਹੈ ਉਹ ਤਾਂ ਆਪਣੇ ਹਿਰਦੇ 'ਚ ਭੁੱਖ ਰੱਖ ਕੇ ਆਉਂਦਾ, ਉਹਨੂੰ ਸਤਿਗੁਰਾਂ ਦੇ ਕੀਰਤਨ ਦੀ ਭੁੱਖ ਰਹਿੰਦੀ ਹੈ, ਮਹਾਰਾਜ ਜੀ ਦੀ ਕਥਾ ਦੀ ਭੁੱਖ ਰਹਿੰਦੀ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਭੁੱਖ ਰਹਿੰਦੀ ਹੈ, ਸਤਿਗੁਰਾਂ ਦੀ ਬਾਣੀ ਦੇ ਜਾਪ ਦੀ ਭੁੱਖ ਰਹਿੰਦੀ ਹੈ, ਮਹਾਰਾਜ ਜੀ ਦੇ ਪਾਵਨ ਬਖਸ਼ਿਸ਼ ਕੀਤੇ ਗਏ ਗੁਰਮੰਤਰ ਦੀ ਭੁੱਖ ਰਹਿੰਦੀ ਹੈ। ਗੁਰੂ ਕੇ ਸਿੱਖ ਅੰਦਰ ਇਹ ਭੁੱਖ ਲੱਗੀ ਰਹਿੰਦੀ ਹੈ। ਔਰ ਇਹ ਭੁੱਖ ਐਸੀ ਹੈ, ਜਿੰਨਾ ਭੋਜਨ ਛਕੀਏ ਓਨੀ ਹੋਰ ਲੱਗਦੀ। ਇਹੋ ਜੀ ਪਿਆਸ ਹੈ, ਜਿੰਨਾ ਜਲ ਛਕੀਏ ਹੋਰ ਵਿਆਪਦੀ ਹੈ, ਹੋਰ ਤੀਬਰ ਪਿਆਸ ਲੱਗਦੀ ਵੀ ਹੋਰ ਜਪੀਏ, ਹੋਰ ਜਪੀਏ, ਹੋਰ ਧਿਆਈਏ, ਹੋਰ ਅਰਾਧੀਏ। ਤੋ ਇੱਥੇ ਪਾਤਸ਼ਾਹ ਕਹਿੰਦੇ, ਪਰਮੇਸ਼ਰ ਦੇ ਭਗਤਾਂ ਨੂੰ ਪਰਮੇਸ਼ਰ ਨੂੰ ਸਲਾਉਣ ਦੀ ਭੁੱਖ ਲੱਗੀ ਹੋਈ। ਪਰਮੇਸ਼ਰ ਦਾ ਸੱਚਾ ਨਾਮ ਹੀ ਉਹਨਾਂ ਦਾ ਆਧਾਰ ਹੈ। ਜਿਵੇਂ ਕਿਸੇ ਭੁੱਖੇ ਨੂੰ ਭੋਜਨ ਮਿਲੇ ਤੇ ਆਧਾਰ ਮਿਲਦਾ ਨਾ, ਉਹਨੂੰ ਆਸਰਾ ਮਿਲਦਾ ਹੈ, ਪਰਮੇਸ਼ਰ ਦੇ ਭਗਤਾਂ ਨੂੰ ਆਧਾਰ ਉਦੋਂ ਮਿਲਦਾ ਜਦੋਂ ਪਰਮੇਸ਼ਰ ਦਾ ਸਿਮਰਨ ਪ੍ਰਾਪਤ ਹੋਵੇ, ਉਹਦਾ ਨਾਮ ਪ੍ਰਾਪਤ ਹੋਵੇ। ਉਹਦਾ ਨਾਮ ਹੀ ਪਰਮੇਸ਼ਰ ਦੇ ਭਗਤਾਂ ਦਾ ਆਧਾਰ ਹੈ, ਆਸਰਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਰੱਬ ਦੇ ਪਿਆਰੇ ਸਦਾ ਆਨੰਦ 'ਚ ਰਹਿੰਦੇ ਆ, ਦਿਨ ਰਾਤ ਆਨੰਦ 'ਚ ਰਹਿੰਦੇ ਨੇ। ਪਰਮੇਸ਼ਰ ਦਾ ਭਜਨ ਕਰਕੇ ਸਦਾ ਹੀ ਉਹਦਾ ਆਨੰਦ ਮਾਣਦੇ ਹਨ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਉਹ ਸਦਾ ਹੀ ਪਰਮੇਸ਼ਰ ਦਾ ਭਜਨ ਕਰਦਿਆਂ ਦਿਨ ਰਾਤ ਆਨੰਦ 'ਚ ਰਹਿੰਦੇ ਨੇ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਪਾ ਕਹਿੰਦੇ ਨੇ ਪੈਰਾਂ ਨੂੰ, ਪਾਉ ਚਰਨ। ਗੁਣਵੰਤਿਆਂ ਕਹਿੰਦੇ ਗੁਣਾ ਵਾਲੇ। ਛਾਰ ਕਹਿੰਦੇ ਨੇ ਸਵਾਹ ਨੂੰ, ਧੂੜੀ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਰੱਬ ਦੇ ਪਿਆਰੇ ਨੇ ਗੁਰਮੁਖ,
ਉਹ ਆਪਣੇ ਮਨ 'ਚ ਤਾਂਘ ਰੱਖਦੇ ਨੇ ਕਿ ਹੇ ਅਕਾਲ ਪੁਰਖ, ਜਿਹੜੇ ਗੁਣਾਂ ਵਾਲੇ ਗੁਣਵੰਤੇ ਨਾਮ ਰਸੀਏ ਗੁਰਸਿੱਖ ਨੇ, ਮੈਨੂੰ ਤਿਨਾਂ ਦੇ ਚਰਨਾਂ ਦੀ ਧੂੜ ਵਿੱਚ ਪਾ। ਗੁਣਵੰਤਿਆਂ ਪਾ ਛਾਰ, ਮੈਂ ਗੁਣਾਂ ਵਾਲਿਆਂ ਦੇ ਚਰਨਾਂ ਦੀ ਧੂੜੀ ਵਿੱਚ ਰਲਦਾ ਹਾਂ। ਕਿਉਂਕਿ ਇੱਥੇ ਗੁਣਾਂ ਵਾਲੇ ਦਾ ਮਤਲਬ ਕੀ ਹੈ? ਗੁਣਵੰਤੀ। ਗੁਣਵੰਤੀ ਆਰਾਧਿਆ, ਔਗਣਵੰਤੀ ਦੂਰ। ਔਗਣਾ ਵਾਲਾ ਉਹ ਹੈ ਜਿਹੜਾ ਰੱਬ ਨੂੰ ਦੂਰ ਸਮਝਦਾ, ਤੇ ਗੁਣਾ ਵਾਲਾ ਉਹ ਹੈ ਜਿਹੜਾ ਪਰਮੇਸ਼ਰ ਨੂੰ ਅੰਗ ਸੰਗ ਕਰਕੇ ਜਾਣਦਾ। ਔਰ ਇਹੋ ਜਿਹੇ ਜਿਹੜੇ ਗੁਣਵੰਤੇ ਭਾਵ ਗੁਣਾ ਵਾਲੇ ਨੇ, ਜਿਨ੍ਹਾਂ ਅੰਦਰ ਸਬਰ ਹੈ, ਜਿਨ੍ਹਾਂ ਅੰਦਰ ਦਇਆ ਹੈ, ਮਹਾਰਾਜ ਜੀ ਮੈਨੂੰ ਤਿਨਾਂ ਦੇ ਚਰਨਾਂ ਦੀ ਧੂੜੀ ਬਖਸ਼। ਮੈਂ ਉਹਨਾਂ ਦੇ ਚਰਨਾਂ ਦੀ ਖਾਕ ਵਿੱਚ ਮਿਲਿਆ ਰਵਾਂ। ਇਹੋ ਜੀ ਦਾਤ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ। ਇਹ ਬੰਦੇ ਨੂੰ ਭੁਲੇਖਾ ਹੀ ਹੈ ਵੀ ਇੱਕ ਪਾਸੇ ਕਹਿਣ ਵੀ ਜੇ ਦੱਬ ਕੇ, ਕਿਉਂਕਿ ਸ਼ੇਖ ਬ੍ਰਹਮ ਨਾਮ ਦਾ ਇੱਕ ਮੁਸਲਮਾਨ ਫਕੀਰ ਹੈ, ਜਿਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਆਸਾ ਜੀ ਦੀ ਵਾਰ ਦੇ ਸ਼ਲੋਕ ਮਹਾਰਾਜ ਜੀ ਨੇ ਪੌੜੀਆਂ ਉੱਥੇ ਉਚਾਰੀਆਂ, ਉਹਦੇ ਨਾਲ ਚਰਚਾ ਹੋ ਰਹੀ। ਹਿੰਦੂ ਕਹਿੰਦੇ ਆ ਵੀ ਸਾੜ ਦਿਓ ਤੇ ਸਾੜਨ ਤੋਂ ਬਾਅਦ ਮੁਕਤੀ ਹੁੰਦੀ, ਤੇ ਮੁਸਲਮਾਨ ਕਹਿੰਦੇ ਆ ਦੱਬ ਦਿਓ ਤੇ ਦੱਬਣ ਤੋਂ ਦਫਨ ਤੋਂ ਬਾਅਦ ਮੁਕਤੀ ਹੁੰਦੀ। ਵੀ ਸਾੜਨਾ, ਜਿਹੜਾ ਸਾੜਨਾ, ਉਹ ਕਹਿੰਦੇ ਜੇ ਸਾੜ ਦਿਓ ਤੇ ਸੜ ਕੇ ਜੀਵਨ ਦੋਜਕ ਨੂੰ ਜਾਂਦਾ, ਉਹਨਾਂ ਦੀ ਇਹ ਮਾਨਿਅਤਾ। ਮਹਾਰਾਜ ਕਹਿੰਦੇ ਅਸਲੀ ਗੱਲ ਤਾਂ ਸਰੀਰ ਵਿੱਚ ਰਹਿ ਕੇ ਜਦੋਂ ਤੱਕ ਕਰਮ ਚੰਗੇ ਨਹੀਂ ਕੀਤੇ ਤੇ ਬਾਅਦ ਚ ਤੁਸੀਂ ਉਹਨੂੰ ਦੱਬ ਦਿਓ ਤੇ ਦੱਬ ਕੇ ਕਹੋ ਵੀ ਉਹ ਮੁਕਤ ਹੋ ਜਾਏਗਾ, ਐਸਾ ਤਾਂ ਨਹੀਂ ਹੁੰਦਾ। ਤੇ ਜੇ ਹਿੰਦੂ ਆਖਣ ਵੀ ਸਾੜਨ ਤੋਂ ਬਾਅਦ ਸਵਾਹ ਹੋ ਗਿਆ ਸਭ ਕੁਝ, ਜੀਵਦਿਆਂ ਭਾਵੇਂ ਸਾਰੀ ਜ਼ਿੰਦਗੀ ਚ ਉਹਨੇ ਚੋਰੀਆਂ ਯਾਰੀਆਂ ਕੀਤੀਆਂ ਹੋਣ, ਤਾਂ ਉਹ ਮੁਕਤ ਨਹੀਂ ਹੋ ਜਾਣਾ। ਮੁਕਤੀ ਤਾਂ ਚੰਗੇ ਕਰਮਾਂ ਨਾਲ ਹੋਣੀ। ਮੁਸਲਮਾਨਾਂ ਦੀ ਜਿਹੜੀ ਇਹ ਧਾਰਨਾ ਸੀ, ਮਹਾਰਾਜ ਜੀ ਉਹਦਾ ਇੱਥੇ ਖੰਡਨ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਘੁਮਿਆਰ ਅਕਸਰ, ਕਿਉਂਕਿ ਕਬਰਾਂ ਸਥਾਨਾਂ ਦੇ ਵਿੱਚ ਕਬਰਾਂ ਅੱਗੇ ਤੋਂ ਅੱਗੇ ਚੱਲਦਿਆਂ ਉੱਥੇ ਮਿੱਟੀ ਜਿਹੜੀ ਹੁੰਦੀ ਚੀਕਣੀ ਹੁੰਦੀ। ਘੁਮਿਆਰ ਨੂੰ ਚੀਕਣੀ ਮਿੱਟੀ ਚਾਹੀਦੀ ਆ ਘੜੇ ਬਣਾਉਣ ਲਈ, ਮਿੱਟੀ ਦੇ ਭਾਂਡੇ ਬਣਾਉਣ ਲਈ, ਉੱਥੋਂ ਜਾ ਕੇ ਉਹ ਪੁੱਟ ਕੇ ਲਿਆਉਂਦਾ। ਪਾਤਸ਼ਾਹ ਇੱਥੇ ਉਹਦਾ ਜ਼ਿਕਰ ਕਰ ਰਹੇ ਨੇ ਕਿ ਜਦੋਂ ਕਬਰਾਂ ਵਿੱਚੋਂ ਮਿੱਟੀ ਪੁੱਟੀ ਤੇ ਉਹ ਮੁਰਦਿਆਂ ਦੀ ਵੀ ਮਿੱਟੀ ਨਾਲ ਪੁੱਟੀ ਗਈ। ਮਿੱਟੀ ਮੁਸਲਮਾਨ ਕੀ, ਘੁਮਿਆਰ ਦੇ ਪੇੜੇ ਵਿੱਚ ਜਿਹੜਾ ਉਹ ਪੇੜਾ ਜਿਹਾ ਵੱਟਦਾ ਮਿੱਟੀ ਦਾ ਗੋ ਕੇ, ਉਹਦੇ ਵਿੱਚ ਆ ਪਿਆ ਘੜ ਭਾਂਡੇ ਇੱਟਾ ਕੀਆ, ਜਲਦੀ ਕਰੇ ਪੁਕਾਰ। ਤੇ ਫਿਰ ਉਹਦੇ ਭਾਂਡੇ ਘੜੇ ਚੱਕ ਦੇ ਉੱਤੇ ਭਾਂਡੇ ਬਣਾਏ, ਮਿੱਟੀ ਦੇ ਇੱਟਾਂ ਕੀਤੀਆਂ, ਇੱਟਾਂ ਬਣਾਈਆਂ, ਫਿਰ ਅੱਗ ਦੇ ਆਵੇ ਵਿੱਚ ਪਾ ਕੇ ਉਹਨਾਂ ਨੂੰ ਸਾੜਿਆ, ਤੇ ਫਿਰ ਜਲਦੀ ਹੋਈ ਛੂੰ ਛੂੰ ਕਰਦੀ ਉਹ ਮਿੱਟੀ ਮੁਸਲਮਾਨ ਦੀ ਪੁਕਾਰ ਕਰਦੀ ਆ ਵੀ ਮੈਂ ਸੜ ਰਹੀ ਹਾਂ। ਖਾਲਸਾ ਜੀ, ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਸਨ ਬਾਬਾ ਰਾਮ ਰਾਏ ਜੀ। ਔਰੰਗਜ਼ੇਬ ਬਾਦਸ਼ਾਹ ਕੋਲ ਮਹਾਰਾਜ ਜੀ ਨੇ ਇਹਨਾਂ ਨੂੰ ਭੇਜਿਆ। ਉੱਥੇ ਜਾ ਕੇ ਇਹਨਾਂ ਨੇ 72 ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾਈਆਂ। ਔਰੰਗਜ਼ੇਬ ਦੀ ਕਚਹਿਰੀ ਵਿੱਚ ਇੱਕ ਦਿਨ ਕਾਜ਼ੀਆਂ ਨੇ ਜਾਣ ਬੁੱਝ ਕੇ, ਮੌਲਵੀਆਂ ਨੇ ਬਾਬਾ ਰਾਮ ਰਾਏ ਜੀ ਦੀ ਹੇਠੀ ਕਰਨ ਵਾਸਤੇ ਵੀ ਔਰੰਗਜ਼ੇਬ ਬੜਾ ਕੱਟੜ ਤੇ ਮੁਤਸਬੀ ਹੈ, ਇਹ ਸਵਾਲ ਕੀਤਾ। ਵੇਖੋ ਜੀ, ਗੁਰੂ ਨਾਨਕ ਸਾਹਿਬ ਨੇ ਮੁਸਲਮਾਨਾਂ ਦੀ ਮਿੱਟੀ ਦੀ ਸੜਨ ਦੀ ਗੱਲ ਕਹੀ। ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਜੇ ਮੈਂ ਸਿੱਧੇ ਸਪਸ਼ਟ ਅਰਥ ਕੀਤੇ ਤੇ ਔਰੰਗਜ਼ੇਬ ਮੇਰੇ ਨਾਲ ਨਾਰਾਜ਼ ਹੋ ਜਾਏਗਾ, ਖਫਾ ਹੋ ਜਾਏਗਾ। ਮੇਰੀ ਇੰਨੀ ਵਧੀਆ ਬਣੀ ਆ ਬਾਦਸ਼ਾਹ ਨਾਲ। ਤਾਂ ਬਾਬਾ ਰਾਮ ਰਾਏ ਜੀ ਨੇ ਉਸ ਵਕਤ ਮੁਸਲਮਾਨ ਸ਼ਬਦ ਦੀ ਜਗ੍ਹਾ ਤੇ ਕਹਿ ਦਿੱਤਾ, ਨਹੀਂ ਜੀ ਮੁਸਲਮਾਨ ਨਹੀਂ ਲਿਖਿਆ, ਬੇਈਮਾਨ ਲਿਖਿਆ। ਇਧਰ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਕੋਲੇ ਖਬਰ ਪਹੁੰਚੀ ਕੀਰਤਪੁਰ ਸਾਹਿਬ ਕਿ ਬਾਬੇ ਰਾਮ ਰਾਏ ਨੇ ਔਰੰਗਜ਼ੇਬ ਦੀ ਝੂਠੀ ਖੁਸ਼ਾਮਦ ਕਰਨ ਲਈ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੰਕਤੀ ਬਦਲੀ।
ਗੁਰੂ ਨਾਨਕ ਸਾਹਿਬ ਦੇ ਅੱਖਰ ਤੇ ਸਿਧਾਂਤ ਨੂੰ ਬਦਲਿਆ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਬੜੇ ਨਾਰਾਜ਼ ਹੋਏ ਤੇ ਆਖਿਆ, ਉਹ ਰਾਮ ਰਾਏ ਨੂੰ ਸੁਨੇਹਾ ਦਿਓ ਤਾਂ ਜ਼ਿੰਦਗੀ ਸਾਡੇ ਮੱਥੇ ਨਾ ਲੱਗੇ, ਨਾ ਅਸੀਂ ਉਹਦੀ ਸ਼ਕਲ ਵੇਖਣੀ ਤੇ ਨਾ ਉਹਨੂੰ ਆਪਣੇ ਦਰਸ਼ਨ ਦੇਣੇ ਨੇ। ਕਿਉਂ ਰਾਮ ਰਾਏ ਨੂੰ ਵੀ ਉਦਾਂ ਮਰੇ ਬੱਕਰੇ ਉੱਥੇ ਜਿਉਂਦਾ ਕਰਦਾ ਫਿਰਦਾ, ਔਰੰਗਜ਼ੇਬ ਨੂੰ ਕਰਾਮਾਤਾਂ ਵਿਖਾਉਂਦਾ ਫਿਰਦਾ, ਤੂੰ ਔਰੰਗਜ਼ੇਬ ਨੂੰ ਮੁਸਲਮਾਨ ਦੀ ਮਿੱਟੀ ਸੜਦੀ ਕਿਉਂ ਨਾ ਵਿਖਾ ਦਿੱਤੀ? ਕਰਾਮਾਤ ਨਾਲ ਉਹ ਵੀ ਸੜਦੀ ਵਿਖਾ ਦਿੰਦਾ ਵੀ ਕਿਵੇਂ ਸੜਦੀ ਹੈ। ਜਿੱਥੇ ਵਿਖਾਣੀ ਸੀ ਕਰਾਮਾਤ ਉੱਥੇ ਤਾਂ ਵਿਖਾਈ ਨਾ, ਸਾਡੇ ਮੂੰਹ ਨਾ ਲੱਗੇ। ਬਾਬੇ ਰਾਮ ਰਾਏ ਨੂੰ ਮਹਾਰਾਜ ਸਤਵੇਂ ਪਾਤਸ਼ਾਹ ਨੇ ਛੇਕ ਦਿੱਤਾ ਪੰਥ ਚੋਂ ਕਿ ਇਹਨੂੰ ਮੂੰਹ ਨਹੀਂ ਲਾਣਾ, ਇਹਨੇ ਗੁਰੂ ਸਾਹਿਬ ਜੀ ਦੀ ਪਾਵਨ ਪੰਕਤੀ ਬਦਲੀ। ਇੱਕ ਅੱਖਰ ਹੀ ਬਦਲਿਆ ਸੀ, ਮੁਸਲਮਾਨ ਦੀ ਥਾਂ ਤੇ ਬੇਈਮਾਨ ਕਿਹਾ ਸੀ। ਅੱਜ ਵਰਤਮਾਨ ਦੇ ਸਮੇਂ 'ਚ ਕਈ ਕੋਝੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਗੁਰਬਾਣੀ ਨੂੰ ਬਦਲਣ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੰਕਤੀਆਂ ਮਰਜ਼ੀ ਨਾਲ ਉੱਤੇ ਅਧਕਾਂ ਲਾ ਕੇ, ਬਿੰਦੀਆਂ ਲਾ ਕੇ ਛਪਾਈ ਦਾ ਰੂਪ ਦਿੱਤਾ ਜਾ ਰਿਹਾ ਹੈ। ਉਦਾਂ ਉਚਾਰਨੇ ਵਾਸਤੇ ਕੋਈ ਬਿੰਦੀ ਲਾ ਲਵੇ ਗੱਲ ਵੱਖਰੀ ਹੈ, ਪਰ ਲਿਖਤ ਰੂਪ ਦੇ ਵਿੱਚ ਉਹ ਬਿੰਦੀ ਲਾ ਕੇ ਜਾਂ ਅਧਕ ਲਾ ਕੇ ਜਾਂ ਪੈਰ 'ਚ ਬਿੰਦੀ ਲਾ ਕੇ ਗੁਰਬਾਣੀ ਨੂੰ ਲਿਖਣਾ, ਗੁਰੂ ਖਾਲਸਾ ਜੀ, ਇਹ ਕਿਸੇ ਨੂੰ ਹੱਕ ਨਹੀਂ। ਲਿਖਣੀ ਉਵੇਂ ਹੀ ਹੈ ਜਿਵੇਂ ਗੁਰੂ ਸਾਹਿਬ ਨੇ ਲਿਖੀ। ਹਾਂ, ਤੁਸੀਂ ਉਚਾਰਨ ਵਿੱਚ ਭੇਦ ਹੋ ਸਕਦੇ ਨੇ, ਉਹਦੇ ਲਈ ਸੰਥਿਆ ਕਰੋ, ਉਸਤਾਦਾਂ ਕੋਲ ਬੈਠੋ ਵੀ ਕਿੱਥੇ ਬਿੰਦੀ ਲਾਣੀ ਹੈ ਕਿੱਥੇ ਨਹੀਂ ਲਾਉਣੀ, ਕਿਹੜੇ ਅੱਖਰ ਨੂੰ ਕਿਵੇਂ ਉਚਾਰਨ ਕਰਨਾ ਹੈ, ਕਿ ਲਿਖਤ ਰੂਪ ਦੇ ਵਿੱਚ ਫੈਸਲਾ ਨਹੀਂ ਕਰਨਾ ਵੀ ਇੱਥੇ ਬਿੰਦੀ ਲਾ ਕੇ ਇਹ ਛਾਪ ਦਿੱਤਾ ਜੇ। ਖਾਲਸਾ ਜੀ, ਮਹਾਂਪੁਰਸ਼ ਤਾਂ ਸੈਂਚੀਆਂ ਵਿੱਚ, ਪੋਥੀਆਂ ਵਿੱਚ ਵੀ ਕਦੇ ਪੈਨਸਲ ਨਾਲ ਵੀ ਬਿੰਦੀ ਜਾਂ ਵਿਸ਼ਰਾਮ ਨਹੀਂ ਸਨ ਲਾਣ ਦਿੰਦੇ। ਉਹ ਕਹਿੰਦੇ ਜ਼ੁਬਾਨੀ ਕੰਠ ਕਰੋ, ਪਤਾ ਲੱਗੇ ਵੀ ਕਿੱਥੇ ਬਿੰਦੀ ਲਾਣੀ ਹੈ, ਕਿੱਥੇ ਵਿਸ਼ਰਾਮ ਲਾਣਾ, ਕਿੱਥੇ ਜਮਕੀ ਲਾਣੀ। ਲਿਖਿਆ ਉਹੀ ਰਹੇ ਜੋ ਗੁਰੂ ਸਾਹਿਬ ਨੇ ਲਿਖਿਆ, ਉਹਦੇ 'ਚ ਨਾ ਅਸੀਂ ਕੁਝ ਵਧਾਣਾ ਤੇ ਨਾ ਘਟਾਣਾ। ਅੱਖਰ ਲਿਖੇ ਸਈ ਗਾਵਾਂ ਅਵਰ ਨਾ ਜਾਣਾ ਬਾਣੀ, ਜੋ ਸਾਹਿਬ ਨੇ ਲਿਖ ਦਿੱਤਾ ਉਹੀ ਗੁਰੂ ਕੀ ਬਾਣੀ, ਉਹਨੂੰ ਇਤੀ ਕਰਕੇ ਅਸੀਂ ਜਾਣਨਾ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਦੋਂ ਬਾਬੇ ਰਾਮ ਰਾਏ ਨੂੰ ਛੇਕ ਦਿੱਤਾ। ਤੇਜਾ ਸਿੰਘ ਪਸੋੜੀਆ ਹੋਇਆ, ਉਹਨੇ ਯਤਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਛਾਪੀਆਂ, ਰਾਗਮਾਲਾ ਬਾਹਰ ਕੱਢ ਕੇ। ਪੰਥ ਨੇ ਉਸ ਵੇਲੇ ਤੇਜਾ ਸਿੰਘ ਪਸੋੜੀਏ ਨੂੰ ਵੀ ਛੇਕ ਦਿੱਤਾ ਸੀ ਪੰਥ ਚੋਂ, ਖਬਰਦਾਰ, ਤੂੰ ਮਹਾਰਾਜ ਜੀ ਦੀ ਬਾਣੀ ਨਾਲ ਛੇੜਛਾੜ ਕਰਕੇ ਇਹ ਨਹੀਂ ਕਰ ਸਕਦਾ, ਕਿਸੇ ਨੂੰ ਹੱਕ ਨਹੀਂ। ਜਿਹਨੇ ਵੀ ਯਤਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਪੰਕਤੀ ਜਿਵੇਂ ਸਾਹਿਬ ਨੇ ਲਿਖੀ ਉਸੇ ਤਰ੍ਹਾਂ ਲਿਖਣੀ ਚਾਹੀਏ, ਮਨ ਮਰਜ਼ੀ ਨਾਲ ਨਹੀਂ ਵੀ ਚਲੋ ਕਈਆਂ ਨੇ ਤਾਂ ਪੋਥੀਆਂ ਛਪਾਈਆਂ ਹੋਈਆਂ ਤੇ ਉਹਦੇ ਵਿੱਚ ਪੰਕਤੀਆਂ ਲਿਖੀਆਂ ਹੋਈਆਂ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖੀ ਹੈ, ਤੁਸੀਂ ਆ ਜਿਵੇਂ ਅਸੀਂ ਲਿਖੀ ਹੈ ਇੱਦਾਂ ਪੜ੍ਹਨੀ ਹੈ। ਲਿਖਤ ਨਹੀਂ ਹੋਣੀ ਚਾਹੀਦੀ। ਅੱਗੇ ਜਾ ਕੇ ਉਹ ਸੰਕੇਤ ਦੇ ਦੇਣਾ ਚਾਹੀਦਾ ਵੀ ਇਸ ਅੱਖਰ ਦੇ ਪੈਰ 'ਚ ਤੁਸੀਂ ਬਿੰਦੀ ਲਾ ਕੇ ਪੜ੍ਹ ਸਕਦੇ ਹੋ। ਪੈਰ ਵਿੱਚ ਤਾਂ ਬਿੰਦੀ ਵੈਸੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਸਤਿਗੁਰਾਂ ਨੇ ਲਾਈ ਨਹੀਂ। ਪੈਰ 'ਚ ਬਿੰਦੀ ਲੱਗਣ ਦਾ ਵਿਧਾਨ ਵੀ 25 ਸਾਲ 30 ਸਾਲ ਪਹਿਲਾਂ ਤੋਂ ਚੱਲਿਆ। ਉਸ ਤੋਂ ਪਹਿਲਾਂ ਪੈਰ 'ਚ ਕਿਤੇ ਵੀ ਬਿੰਦੀ ਨਹੀਂ ਸੀ ਲੱਗਦੀ। ਉੱਪਰ ਬਿੰਦੀਆਂ ਸਤਿਗੁਰੂ ਜੀ ਨੇ ਬਹੁਤ ਥਾਵਾਂ ਤੇ, ਕਈ ਥਾਵਾਂ ਤੇ ਵਰਤੀਆਂ ਨੇ, ਕਈ ਥਾਵਾਂ ਤੇ ਸੰਥਿਆ ਕਰਾਉਣ ਵੇਲੇ ਗਿਆਨੀ ਸਿੰਘ ਉਚਾਰਨ ਵਾਸਤੇ ਲਵਾਉਂਦੇ ਹੈ। ਜਿਵੇਂ ਦੱਖਣੀ ਓਂਕਾਰ ਵਿੱਚ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਉੱਥੇ ਤੇ ਬਿੰਦੀ ਨਹੀਂ ਹੈ ਤੇ ਪਾਡੇ ਸ਼ਬਦ ਦੀ ਜਗ੍ਹਾ ਤੇ ਪਾਂਡੇ ਉੱਤੇ ਬਿੰਦੀ ਲਾ ਕੇ ਮਹਾਂਪੁਰਸ਼ ਉਚਾਰਨ ਕਰਾ ਦਿੰਦੇ। ਖੈਰ, ਤੋ ਸਤਿਗੁਰੂ ਜੀ ਨੇ ਜਿਵੇਂ ਲਿਖਿਆ ਹੈ ਉਹ ਉਸੇ ਤਰ੍ਹਾਂ ਹੀ ਲਿਖਿਆ ਰਹੇ, ਉਹਨੂੰ ਤਬਦੀਲ ਕਰਨ ਦਾ ਯਤਨ ਨਹੀਂ ਕਰਨਾ ਚਾਹੀਏ। ਤੋ ਮਹਾਰਾਜ ਜੀ ਇੱਥੇ ਕਹਿੰਦੇ ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਪੇੜੇ ਵਿੱਚ ਪਈ, ਉਹਦੇ ਘੜ ਕੇ ਉਹਨੇ ਭਾਂਡੇ ਬਣਾਏ, ਘੜੇ ਬਣਾਏ, ਨਿੱਕੇ ਨਿੱਕੇ ਦੇਗੇ ਬਣਾਏ, ਚੱਪੜੀਆਂ ਬਣਾਈਆਂ, ਕੁੱਜੇ ਬਣਾਏ, ਇੱਟਾਂ ਬਣਾਈਆਂ ਤੇ ਬਣਾ ਕੇ ਫਿਰ ਆਵੇ 'ਚ ਰੱਖੀਆਂ।
ਅੱਗ ਲਾਈ ਤੇ ਅੱਗ ਲਾ ਕੇ ਉਹਨਾਂ ਨੂੰ ਸਾੜਿਆ ਤੇ ਸੜਦੀ ਹੋਈ ਸੂ ਸੂ ਕਰਕੇ ਪੁਕਾਰ ਕਰਦੀ ਹੈ। ਜਲ ਜਲ ਰੋਵੈ ਬਪੜੀ, ਝੜ ਝੜ ਪਵੈ ਅੰਗਿਆਰ। ਉਹ ਮਿੱਟੀ ਜਲ ਜਲ ਕੇ ਰੋਂਦੀ ਹੈ ਵਿਚਾਰੀ, ਬਪੜੀ ਕਹਿੰਦੇ ਆ ਵਿਚਾਰੀ ਨੂੰ, ਵਿਚਾਰੀ ਮਿੱਟੀ ਰੋਂਦੀ ਹੈ, ਝੜ ਝੜ ਕੇ ਉਹਦੇ ਨਾਲੋਂ ਅੰਗਿਆਰ ਜਿਹੜੇ ਨੇ ਮਿੱਟੀ ਦੇ, ਉਹ ਅੱਗ ਦੇ, ਉਹ ਜ਼ਮੀਨ ਤੇ ਡਿੱਗਦੇ ਹਨ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੈ ਕਰਤਾਰ। ਉਹ ਮੁਸਲਮਾਨ ਦੀ ਸੜਦੀ ਹੋਈ ਮਿੱਟੀ ਸੂ ਸੂ ਕਰਕੇ ਪੁਕਾਰ ਕਰਕੇ ਕਹਿੰਦੀ ਐ, ਜੇ ਮੈਨੂੰ ਪਹਿਲਾਂ ਸਾੜ ਦਿੰਦੇ ਤੇ ਦੂਜੀ ਵੇਰੀ ਤਾਂ ਨਾ ਸੜਨਾ ਪੈਂਦਾ, ਜੇ ਪਹਿਲੋਂ ਸਾੜ ਦਿੰਦੇ ਤੇ ਆ ਦੂਜੀ ਵੇਰੀ ਤਾਂ ਨਾ ਸੜਨਾ ਪੈਂਦਾ। ਮਹਾਰਾਜ ਜੀ ਕਹਿੰਦੇ ਜਿਸ ਕਰਤਾ ਪੁਰਖ ਪਰਮੇਸ਼ਰ ਨੇ ਕਾਰਨ ਕੀਤਾ ਉਹ ਜਾਣਦਾ ਹੈ ਕਰਤਾਰ ਕਿ ਮਰਨ ਤੋਂ ਬਾਅਦ ਕਿਸ ਦੀ ਕੀ ਦਸ਼ਾ ਹੋਣੀ ਹੈ। ਇਹ ਭੁਲੇਖਾ ਹੀ ਹੈ, ਇਹ ਭਰਮ ਹੀ ਹੈ ਵੀ ਜਿਹੜਾ ਸੜ ਗਿਆ ਉਹ ਮੁਕਤ ਹੋਵੇਗਾ, ਜਿਹੜਾ ਅੱਗ ਦੇ ਵਿੱਚ ਦਫਨ ਹੋ ਗਿਆ, ਜਿਹੜਾ ਮਿੱਟੀ ਵਿੱਚ ਦਫਨ ਹੋ ਗਿਆ ਉਹ ਮੁਕਤ ਹੋ ਜਾਏਗਾ। ਇਹ ਭੁਲੇਖਾ ਪਿਆ ਹੋਇਆ ਲੋਕਾਂ ਨੂੰ। ਪਾਤਸ਼ਾਹ ਕਹਿੰਦੇ ਉਹ ਤਾਂ ਕਰਤਾ ਪੁਰਖ ਪਰਮੇਸ਼ਰ ਕਰਤਾਰ ਜਾਣਦਾ ਹੈ ਕਿ ਇਹਨੇ ਜਿਹੋ ਜੇ ਕਰਮ ਕੀਤੇ ਨੇ, ਇਹਦੇ ਕੀਤੇ ਕਰਮਾਂ ਮੁਤਾਬਕ ਪਰਮੇਸ਼ਰ ਨੇ ਫੈਸਲਾ ਕਰਨਾ ਹੈ। ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਾ ਹੁਣ ਕੀਤੀ ਹੈ, ਨਾ ਪਹਿਲਾਂ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ। ਗੁਰੂ ਬਿਨਾਂ ਘੋਰ ਹਨੇਰਾ ਹੀ ਹਨੇਰਾ। ਪਹਿਲਾਂ ਵੀ ਜਿੰਨੇ ਹੋਏ ਉਹ ਗੁਰੂ ਵਾਲੇ ਹੀ ਸਨ ਜਿਨ੍ਹਾਂ ਨੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕੀਤੀ। ਹਾਂਜੀ, ਸਤਿਗੁਰ ਵਿੱਚ ਆਪ ਰੱਖਿਓ ਨਾ, ਕਰ ਪ੍ਰਗਟ ਆਖ ਸੁਣਾਇਆ। ਪਰਮੇਸ਼ਰ ਨੇ ਆਪਣਾ ਆਪ ਸਤਿਗੁਰਾਂ ਵਿੱਚ ਰੱਖਿਆ। ਪਰਮੇਸ਼ਰ ਗੁਰੂ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਇਆ ਤੇ ਆਪਣਾ ਨਾਮ ਸੰਸਾਰ 'ਚ ਆਖ ਸੁਣਾਇਆ ਕਿ ਗੁਰੂ ਤੇ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਨੇ। ਪਰਮੇਸ਼ਰ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ, ਸਤਿਗੁਰ ਵਿੱਚ ਆਪ ਰੱਖਿਓ। ਸਤਿਗੁਰੂ ਵਿੱਚ ਉਹਨੇ ਆਪਣਾ ਆਪ ਰੱਖਿਆ ਪਰਮੇਸ਼ਰ ਨੇ। ਕਰ ਪ੍ਰਗਟ ਆਖ ਸੁਣਾਇਆ, ਤੇ ਸ਼ਾਸਤਰਾਂ ਵਿੱਚ ਧਰਮ ਗ੍ਰੰਥਾਂ ਵਿੱਚ ਇਹ ਗੱਲ ਪ੍ਰਗਟ ਕਹਿ ਕੇ ਸੁਣਾਈ ਗਈ ਕਿ ਗੁਰੂ ਤੇ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਨੇ। ਗੁਰ ਪਰਮੇਸ਼ਰ ਇੱਕੋ ਜਾਣ, ਦੋਨਾਂ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਇਹ ਭਾਈ ਜਿਹੜੇ ਸਤਿਗੁਰੂ ਜੀ ਨੂੰ ਮਿਲਦੇ ਹਨ ਉਹ ਸਦਾ ਲਈ ਮੁਕਤ ਹੋ ਜਾਂਦੇ ਹਨ। ਸਤਿਗੁਰਾਂ ਨਾਲ ਜਿਹੜੇ ਮਿਲ ਗਏ, ਸਤਿਗੁਰਾਂ ਨਾਲ ਕਿਹੜੇ ਮਿਲੇ? ਜਿਹੜੇ ਗੁਰੂ ਦੇ ਸ਼ਬਦ ਵਿੱਚ ਮਿਲ ਗਏ, ਗੁਰੂ ਦੇ ਉਪਦੇਸ਼ ਵਿੱਚ ਮਿਲ ਗਏ, ਉਹ ਫਿਰ ਸਦਾ ਹੀ ਮੁਕਤ ਨੇ। ਜਿਨ੍ਹਾਂ ਨੇ ਆਪਣੇ ਵਿੱਚੋਂ ਮੋਹ ਤੇ ਮਮਤਾ ਦੀ ਬਿਰਤੀ ਨੂੰ ਚੁਕਾ ਦਿੱਤਾ ਹੈ। ਜਿਨ ਵਿੱਚੋਂ ਮੋਹ ਚੁਕਾਇਆ, ਜਿਨ੍ਹਾਂ ਨੇ ਆਪਣੇ ਵਿੱਚੋਂ ਮੋਹ ਮਮਤਾ ਦੀ ਬਿਰਤੀ ਨੂੰ ਤਿਆਗ ਦਿੱਤਾ, ਉਹ ਸਦਾ ਲਈ ਮੁਕਤ ਹੋ ਗਏ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਇਹ ਵਿਚਾਰ ਉੱਤਮ ਵਿਚਾਰ ਹੈ, ਉੱਤਮ ਇਹੋ ਵਿਚਾਰ ਹੈ। ਇਹ ਸਭ ਤੋਂ ਉੱਤਮ ਵਿਚਾਰ ਹੈ ਕਿ ਜਿਨ੍ਹਾਂ ਨੇ ਸੱਚੇ ਨਾਲ, ਅਕਾਲ ਪੁਰਖ ਪਰਮੇਸ਼ਰ ਨਾਲ, ਉਹਦੇ ਅੰਮ੍ਰਿਤ ਨਾਮ ਨਾਲ ਚਿੱਤ ਲਾਇਆ। ਇਹ ਸਭ ਤੋਂ ਉੱਤਮ ਵਿਚਾਰ ਕਿ ਉਹਦੇ ਨਾਮ ਨਾਲ ਚਿੱਤ ਲੱਗੇ, ਉਹਦੇ ਸਵਰੂਪ ਵਿੱਚ, ਸੱਚ ਸਵਰੂਪ ਵਿੱਚ ਚਿੱਤ ਜੁੜ ਜਾਵੇ। ਇਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਵਿਚਾਰ ਹੈ। ਜਗ ਜੀਵਨ ਦਾਤਾ ਪਾਇਆ, ਜਿਹੜਾ ਸਾਰੇ ਜਗਤ ਦਾ ਜੀਵਨ ਹੈ ਤੇ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਕਹਿੰਦੇ ਅਸੀਂ ਉਸ ਦਾਤੇ ਨੂੰ, ਜਗਤ ਦੇ ਜੀਵਨ ਵਾਹਿਗੁਰੂ ਨੂੰ, ਪਰਮੇਸ਼ਰ ਦੇ ਸਵਰੂਪ ਨੂੰ ਪ੍ਰਾਪਤ ਕਰ ਲਿਆ ਹੈ। ਇੱਥੇ ਪੌੜੀ ਦੀ ਸਮਾਪਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ। ਵਿਚਾਰਾ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ,
ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਗਾਵਿਆ ਸੁਣਿਆ ਸਹਿਬ ਥਾਏ ਪਾਵਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ ਕਿ 8 ਅਗਸਤ ਨੂੰ ਗੁਰੂ ਕੇ ਬਾਗ ਦਾ ਜੋ ਮੋਰਚਾ ਅੱਜ ਤੋਂ 100 ਸਾਲ ਪਹਿਲਾਂ ਸਾਡਿਆਂ ਬਜ਼ੁਰਗਾਂ ਲਾਇਆ, ਉਹਨਾਂ ਦਾ ਉਹ ਦਿਨ 100 ਸਾਲਾ ਸ਼ਤਾਬਦੀ ਦਾ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਬਾਗ ਵਿਖੇ ਮਨਾਇਆ ਜਾ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵੱਡੇ ਦੀਵਾਨ ਸਜਣਗੇ, ਪੰਥ ਦੇ ਪ੍ਰਸਿੱਧ ਰਾਗੀ ਸਿੰਘ ਢਾਡੀ ਸਿੰਘ ਵਿਦਵਾਨ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ 8 ਅਗਸਤ ਦੇ ਉਹਨਾਂ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰੋ ਔਰ ਉਹਨਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਆਪਣਾ ਸਤਿਕਾਰ ਭੇਟ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।